ਵੱਡੀ ਗੱਲ ਇਹ ਹੈ ਕਿ ਰੁਕਦੀ ਕਿਉਂ ਆ ਇਹ ਸਕਾਲਰਸ਼ਿਪ, ਅਟਕਦੀ ਕਿੱਥੇ ਜਾ ਕੇ? ਉਹ ਇਸ ਕਰਕੇ ਰੁਕ ਜਾਂਦੀ ਹੈ ਕਿਉਂਕਿ ਦਲਿਤ ਸਮਾਜ ਜਿਹੜਾ ਆ ਉਹ ਅਜੇ ਯੂਨਾਈਟ ਨਹੀਂ ਹੈ। ਇੱਥੇ ਬੱਚਿਆਂ ਦੇ ਆਖਰੀ ਟਾਈਮ ਤੱਕ ਤਲਵਾਰ ਸਿਰ ਤੇ ਲਟਕਦੀ ਹੈ ਵੀ ਮੈਨੂੰ ਪਤਾ ਨਹੀਂ ਰੋਲ ਨੰਬਰ ਸਲਿੱਪ ਮਿਲਣੀ ਜਾਂ ਨਹੀਂ ਮਿਲਣੀ। ਪੰਜਾਬ ਦੇ ਅੰਦਰ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ ਆ, ਉਪ ਮੁੱਖ ਮੰਤਰੀ ਤਾਂ ਛੱਡੋ, ਉਹ ਚੰਗਾ ਮਹਿਕਮਾ ਤੱਕ ਨਹੀਂ ਕਿਸੇ ਸ਼ੈਡਿਊਲ ਕਾਸਟ ਨੂੰ ਇਹਨਾਂ ਨੇ ਦਿੱਤਾ। ਉਹ ਦਾਵਾ ਕਰਦੇ ਆ ਯੂਨੀਅਨ ਮਿਨਿਸਟਰ ਬਣਾਏ ਆ ਪੰਜਾਬ ਤੋਂ ਉਹਨਾਂ ਨੇ ਦਲਿਤ। ਕਦੇ ਉਸ ਯੂਨੀਅਨ ਮਿਨਿਸਟਰ ਦੀ ਆਵਾਜ਼ ਖੁੱਲਦੀ ਦੇਖੀ ਆ, ਮੂੰਹ ਦੇ ਵਿੱਚੋਂ ਆਵਾਜ਼ ਨਿਕਲਦੀ ਦੇਖੀ ਆ? ਉਪ ਮੁੱਖ ਮੰਤਰੀ ਵਾਲੇ ਜਿਹੜਾ ਲੋਲੀਪੌਪ ਇਹ ਸਮਾਜ ਨੂੰ ਦੇਣਾ ਚਾਹੁੰਦੇ ਆ, ਉਹ ਲੋਲੀਪੌਪ ਹੁਣ ਸਮਾਜ ਨੇ ਲੈਣਾ ਨਹੀਂ। ਇਹਦੇ ਵਿੱਚ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜ਼ਿੰਮੇਵਾਰ ਆ ਉਹਨਾਂ ਵਿਦਿਆਰਥੀਆਂ ਦਾ ਜਿਹੜਾ ਭਵਿੱਖ ਹਨੇਰੇ ਦੇ ਵਿੱਚ ਜਾਣ ਲਈ, ਜਾਂ ਕੇਂਦਰ ਵਾਲੀ ਸਰਕਾਰ ਜ਼ਿੰਮੇਵਾਰ ਆ? 71 ਸਾਲ ਹੋ ਗਿਆ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਹੋਇਆ। 71 ਸਾਲਾਂ ਦੇ ਵਿੱਚ ਸੰਵਿਧਾਨ ਦਾ ਪਹਿਲਾ ਪੰਨਾ ਨਹੀਂ ਲਾਗੂ ਕਰ ਸਕੇ। ਜਿਨ੍ਹਾਂ ਕਾਲਜ ਯੂਨੀਵਰਸਿਟੀਆਂ ਨੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਨ ਦੀ ਜਿਹੜੀ ਗੱਲ ਕੀਤੀ ਆ, ਉਹਨਾਂ ਦੇ ਉੱਤੇ ਕੀ ਉਹਨਾਂ ਨੂੰ ਇਸ ਵੇਲੇ ਤਾੜਿਆ ਨਹੀਂ ਜਾ ਸਕਦਾ? ਚਾਹੇ ਕੋਈ ਹਾਲਾਤ ਵੀ ਹੋਣ, ਕਿਸੇ ਬੱਚੇ ਦਾ ਰੋਲ ਨੰਬਰ ਜਿਹੜਾ ਰੁਕੂਗਾ ਤੇ ਇਸ ਕਾਲਜਾਂ ਯੂਨੀਵਰਸਿਟੀਆਂ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ। ਦਲਿਤ ਕਹਿਣ ਨੂੰ ਤਾਂ ਇਹ ਸ਼ਬਦ ਜਦੋਂ ਹੁਣ ਇਸਤੇਮਾਲ ਕੀਤਾ ਜਾਂਦਾ ਹੈ ਤੇ ਸਾਡੀ ਨਜ਼ਰੇ ਪੈਂਦੇ ਨੇ ਉਹ ਲੋਕ ਜਿਹੜੇ ਕਈਆਂ ਸਦੀਆਂ ਤੋਂ ਦੱਬੇ ਕੁਚਲੇ ਹੋਏ ਨੇ। ਮੁੱਖ ਧਾਰਾ ਦੇ ਵਿੱਚ ਲਿਆਉਣ ਲਈ ਸੰਵਿਧਾਨ ਨੇ ਵੱਡੇ ਪੱਧਰ ਤੇ ਕੰਮ ਕੀਤਾ। ਡਾਕਟਰ BR ਅੰਬੇਡਕਰ ਸਾਹਿਬ ਨੇ ਉਹਨਾਂ ਦੇ ਲਈ ਵਿਸ਼ੇਸ਼ ਕੁਝ ਹੱਕ ਹਕੂਕ ਰੱਖੇ, ਜਿਹਦਾ ਕਰਕੇ ਉਹ ਪਿਛਲੇ ਦੌਰ ਤੋਂ ਥੋੜ੍ਹਾ ਬਹੁਤਾ ਅੱਗੇ ਵਧਦੇ ਨਜ਼ਰ ਆ ਰਹੇ ਨੇ। ਪਰ ਜਦੋਂ ਦਲਿਤ ਪੋਲਿਟਿਕਸ ਦੀ ਗੱਲ ਕੀਤੀ ਜਾਂਦੀ ਹੈ ਤੇ ਇਹ ਆਪਣੇ ਆਪ ਦੇ ਵਿੱਚ ਇੱਕ ਗੁੰਝਲਦਾਰ ਬੁਝਾਰਤ ਬਣਦੀ ਨਜ਼ਰ ਆਉਂਦੀ ਹੈ। ਇਹ ਦਲਿਤ ਪੋਲਿਟਿਕਸ ਦੀ ਗੱਲ ਇਸ ਵੇਲੇ ਮੈਂ ਤਾਂ ਕਰ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਹਰ ਸਿਆਸੀ ਧਿਰ ਇਸ ਸਮੇਂ ਦਾਅਵੇ ਤੇ ਵਾਅਦੇ ਕਰਦੀ ਪਈ ਹੈ ਕਿ ਜੇ ਅਸੀਂ ਸੱਤਾ ਦੇ ਵਿੱਚ ਆਏ ਤਾਂ ਦਲਿਤ ਮੁੱਖ ਮੰਤਰੀ ਹੋਏਗਾ, ਦਲਿਤ ਉਪ ਮੁੱਖ ਮੰਤਰੀ ਹੋਏਗਾ, ਦਲਿਤਾਂ ਲਈ ਆਹ ਕੀਤਾ ਜਾਏਗਾ, ਦਲਿਤਾਂ ਲਈ ਉਹ ਕੀਤਾ ਜਾਏਗਾ। ਪਰ ਇਹਨਾਂ ਪਾਰਟੀਆਂ ਨੇ ਵੱਖਰੇ ਵੱਖਰੇ ਸਮੇਂ ਤੇ ਸੱਤਾ ਹੰਢਾਈ ਹੈ। ਦਲਿਤਾਂ ਲਈ ਹੁਣ ਤੱਕ ਕੀਤਾ ਕੀ ਹੈ? ਖਾਸ ਤੌਰ ਤੇ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਉਪ ਮੁੱਖ ਮੰਤਰੀ ਬਣਾਉਣ ਦੇ ਤਾਂ ਦਾਅਵੇ ਕੀਤੇ ਜਾ ਰਹੇ ਆ, ਪਰ ਇਸ ਧਿਰ ਦੇ ਵਿੱਚੋਂ ਜਿਹੜੇ ਵਿਦਿਆਰਥੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਤਹਿਤ ਸਕੂਲਾਂ ਕਾਲਜਾਂ ਦੇ ਵਿੱਚ ਹਾਇਰ ਐਜੂਕੇਸ਼ਨ ਲੈ ਰਹੇ ਸੀਗੇ, ਉਹਨਾਂ ਦੇ ਵਿੱਚੋਂ 2 ਲੱਖ ਦੇ ਕਰੀਬ ਵਿਦਿਆਰਥੀ ਇਸ ਵੇਲੇ ਸੜਕਾਂ ਤੇ ਰੋਲ ਰਹੇ ਨੇ। ਕਿਉਂ? ਕਿਉਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਕਮ ਕਾਲਜਾਂ ਨੂੰ ਜਮ੍ਹਾਂ ਨਹੀਂ ਹੋਈ ਸਰਕਾਰਾਂ ਦੇ ਵੱਲੋਂ। ਕਾਲਜਾਂ ਨੇ ਉਹਨਾਂ ਨੂੰ ਰੋਲ ਨੰਬਰ ਦੇਣ ਤੋਂ ਨਾ ਕਰ ਦਿੱਤੀ ਹੈ ਤੇ ਗੱਲ ਅਟਕ ਗਈ ਹੈ। ਹੁਣ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਲਿਤਾਂ ਲਈ ਚਲਾਈਆਂ ਗਈਆਂ ਸਕੀਮਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਅੱਗੇ ਕੈਰੀ ਕਰਨੀਆਂ, ਜਾਂ ਉਹਨਾਂ ਲਈ ਮੁੱਖ ਮੰਤਰੀ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਨੁਕਤੇ ਦੇ ਉੱਤੇ ਚਰਚਾ ਕਰਨੀ ਆ, ਔਰ ਇਸ ਨੁਕਤੇ ਤੇ ਚਰਚਾ ਕਰਨ ਲਈ ਮੇਰੇ ਨਾਲ ਇਸ ਵੇਲੇ ਲੋਕ ਇਨਸਾਫ ਪਾਰਟੀ ਦੇ ਦਲਿਤ ਵਿੰਗ ਦੇ ਪ੍ਰਧਾਨ ਜਰਨੈਲ ਨੰਗਲ ਹੋਰੀ ਮੌਜੂਦ ਨੇ। ਨੰਗਲ ਸਾਹਿਬ, ਇਸ ਕਰਕੇ ਵੀ ਤੁਹਾਡੇ ਨਾਲ ਗੱਲ ਕਰਨ ਦੀ ਪਹਿਲ ਕਦਮੀ ਅਸੀਂ ਕੀਤੀ ਹੈ ਕਿ ਪਿਛਲੇ ਦਿਨੀ ਜਦੋਂ ਪਹਿਲਾ ਕੋਵਿਡ ਦਾ ਦੌਰ ਆਇਆ ਸੀ ਜਾਂ ਦੂਜਾ ਕੋਵਿਡ ਦਾ ਦੌਰ ਜਿਹੜਾ ਆਇਆ ਸੀਗਾ, 2 ਸਾਲਾਂ ਦੇ ਵਿੱਚ ਨਿੱਜੀ ਸਕੂਲਾਂ ਨੇ ਜਿਹੜੀ ਵਿਦਿਆਰਥੀਆਂ ਦੀ ਲੁੱਟ ਵਾਲਾ ਸਿਲਸਿਲਾ ਸ਼ੁਰੂ ਕੀਤਾ ਸੀਗਾ, ਉਸ ਸੰਘਰਸ਼ ਦੇ ਵਿੱਚ ਵੀ ਜਰਨੈਲ ਨੰਗਲ ਮੋਹਰੀ ਸਫਾਂ ਦੇ ਵਿੱਚ ਨਜ਼ਰ ਆਇਆ ਸੀਗਾ, ਮਾਪਿਆਂ ਨੂੰ ਨਾਲ ਲੈ ਕੇ ਸੰਘਰਸ਼ ਕਰਦਾ ਨਜ਼ਰ ਆਇਆ ਸੀਗਾ। ਪਰ ਇਸ ਸਮੇਂ ਦਲਿਤ ਪੋਲਿਟਿਕਸ, ਇੱਕ ਦਲਿਤ ਲੀਡਰ ਹੋਣ ਦੇ ਨਾਤੇ, ਇੱਕ ਪਾਰਟੀ ਦੇ ਦਲਿਤ ਵਿੰਗ ਦੇ ਪ੍ਰਧਾਨ ਹੋਣ ਦੇ ਨਾਤੇ ਜਦੋਂ ਆਹ ਸਾਰਾ ਕੁਝ ਹੁੰਦਾ ਦੇਖਦੇ ਹਾਂ ਤੇ ਮੈਨੂੰ ਲੱਗਦਾ ਕਿ ਚਰਚਾ ਥੋੜ੍ਹਾ ਜਿਹਾ ਵਿਸਥਾਰਤ ਤਰੀਕੇ ਨਾਲ ਕਰਨੀ ਬਣਦੀ ਹੈ। ਪਹਿਲੀ ਗੱਲ ਤਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ, ਮੇਰਾ ਖਿਆਲ ਹੈ ਕਿ ਨਾ ਤਾਂ ਅੱਜ ਲੜਾਈ ਸ਼ੁਰੂ ਹੋਈ ਹੈ ਤੇ ਨਾ ਇਹ ਲੜਾਈ ਆਖਰੀ ਹੋਏਗੀ। ਇਹ ਸਿਲਸਿਲਾ ਲਗਾਤਾਰ ਚੱਲਦਾ ਰਹੇਗਾ। 1500 ਕਰੋੜ ਤੋਂ ਵੱਧ ਦੀ ਬਕਾਇਆ ਰਾਸ਼ੀ, 2 ਲੱਖ ਦੇ ਕਰੀਬ ਵਿਦਿਆਰਥੀ, ਭਵਿੱਖੋਂ ਦਾ ਹਨੇਰੇ 'ਚ ਹੈ। ਕਿਵੇਂ ਦੇਖਦੇ ਹੋ ਜਿਹੜੀਆਂ ਪਾਰਟੀਆਂ ਸੱਤਾ ਦੇ ਵਿੱਚ ਨੇ ਜਾਂ ਸੱਤਾ ਤੋਂ ਬਾਹਰ ਨੇ, ਇਹਨਾਂ ਨੇ ਦਲਿਤ ਵਿਦਿਆਰਥੀਆਂ ਲਈ ਕੀ ਕੁਝ ਕੀਤਾ, ਕੀ ਉਹਨਾਂ ਨੂੰ ਦਿੱਤਾ ਤੇ ਕੀ ਉਹਨਾਂ ਦੇ ਕੋਲ ਖੋਇਆ, ਜਦੋਂ ਅਸੀਂ ਅੱਜ 2 ਲੱਖ ਵਿਦਿਆਰਥੀਆਂ ਦਾ ਭਵਿੱਖ ਦੇਖਦੇ ਹਾਂ? ਬਹੁਤ ਬਹੁਤ ਧੰਨਵਾਦ ਹੈ ਮੈਂ ਪੂਰੀ ਤੁਹਾਡੀ TV ਪੰਜਾਬ ਦੀ ਟੀਮ ਦਾ ਔਰ ਸਾਰੇ ਇਸ ਚੈਨਲ ਨੂੰ ਦੇਖ ਰਹੇ ਸਰੋਤਿਆਂ ਦਾ, ਕਿਉਂਕਿ ਬੜਾ ਅਹਿਮ ਮੁੱਦਾ ਆ ਜਿਹਦੇ ਉੱਤੇ ਆਪਾਂ ਅੱਜ ਵਿਚਾਰ ਵਟਾਂਦਰਾ ਕਰਨ ਦੇ ਵਾਸਤੇ ਇੱਥੇ ਇਕੱਠੇ ਹੋਏ ਹਾਂ। ਇਹ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈ, ਜਿਹਨੂੰ ਆਪਾਂ ਪਿੱਛੇ ਨੂੰ ਲੈ ਕੇ ਜਾਈਏ ਤਾਂ ਡਾਕਟਰ ਮਨਮੋਹਨ ਸਿੰਘ ਮੌਕੇ 2007 ਦੇ ਵਿੱਚ ਇਹ ਸਕੀਮ ਸ਼ੁਰੂ ਹੋਈ ਸੀ ਔਰ 2010 ਦੇ ਵਿੱਚ ਜਦੋਂ ਸਕੀਮ ਨੂੰ ਰਿਵਿਊ ਕੀਤਾ ਗਿਆ, ਉਹਦੇ ਵਿੱਚ ਇਹ ਮੈਨੂੰ ਨਹੀਂ ਸਮਝ ਆਉਂਦੀ ਵੀ ਸਰਕਾਰਾਂ ਜਿਹੜੀਆਂ ਗਲਤ ਅੰਕੜੇ ਕਿਉਂ ਪੇਸ਼ ਕਰ ਰਹੀਆਂ। ਗਲਤ ਅੰਕੜੇ ਸਕੀਮ ਦੇ ਵਿੱਚ ਲਿਖਿਆ ਆ ਵੀ ਇਹਦਾ ਪੂਰਾ ਪੈਸਾ ਜਿਹੜਾ ਆ ਉਹ ਕੇਂਦਰ ਸਰਕਾਰ ਨੇ ਪੇ ਕਰਨਾ ਜੀ, ਔਰ ਇਹਨੂੰ ਜਿਹੜਾ ਸਟੇਟ ਗਵਰਨਮੈਂਟ ਆ ਉਹਨੇ ਲਾਗੂ ਕਰਨਾ, ਉਹਨੇ ਪੈਸਾ ਸਿਰਫ ਵੰਡਣਾ।
ਉਹਦਾ ਮਤਲਬ ਸਿਰਫ ਇੰਨਾ ਆ। ਔਰ ਜਿਹਦੇ ਵਿੱਚ ਲੰਬੇ ਸਮੇਂ ਤੋਂ ਮੈਂ ਆਪਣੇ ਤੌਰ ਤੇ ਨਿੱਜੀ ਤੌਰ ਤੇ ਗੱਲ ਕਰਾਂ ਤਾਂ ਪਿਛਲੇ 10 ਸਾਲ ਤੋਂ 11 ਸਾਲ ਤੋਂ 2010 ਦੇ ਵਿੱਚ ਪਹਿਲੀ ਵਾਰ ਮੈਂ ਪੋਸਟ ਮੈਟ੍ਰਿਕ ਦੇ ਉੱਤੇ ਅੰਦੋਲਨ ਕੀਤਾ ਸੀ ਔਰ ਅੱਜ 2021 ਚੱਲਦਾ 11 ਸਾਲ ਤੋਂ ਲਗਾਤਾਰ ਅਸੀਂ ਪੋਸਟ ਮੈਟ੍ਰਿਕ ਦੇ ਉੱਤੇ ਕੰਮ ਕਰ ਰਹੇ ਹਾਂ ਔਰ ਪਤਾ ਨਹੀਂ ਕਿੰਨੇ ਕੁ ਬੱਚੇ ਜਿਹੜੇ ਹੈਗੇ ਆ ਉਹ ਧੱਕੇ ਧੋੜੇ ਖਾਂਦੇ ਅੰਦੋਲਨ ਕਰਦੇ ਆਪਣੇ ਆਪ ਨੂੰ ਜਿਹੜਾ ਹੈਗਾ ਇਸ ਫਰੰਟ ਲਾਈਨ ਦੇ ਉੱਤੇ ਲਿਆ ਕੇ ਅੰਦੋਲਨਾਂ ਦੇ ਵਿੱਚ ਔਰ ਉਹ ਕਾਲਜਾਂ 'ਚੋਂ ਪਾਸ ਆਊਟ ਹੋ ਕੇ ਚਲੇ ਗਏ ਇਸ ਸਕੀਮ ਦੇ ਤਹਿਤ। ਲੇਕਿਨ ਇੱਕ ਪਾਸੇ ਪ੍ਰਾਈਵੇਟ ਕਾਲਜ ਪ੍ਰਾਈਵੇਟ ਯੂਨੀਵਰਸਿਟੀਆਂ ਔਰ ਇੱਕ ਪਾਸੇ ਸਰਕਾਰ ਦਾ ਰਵੱਈਆ ਔਰ ਇਹਨਾਂ ਦੇ ਵਿਚਾਲੇ ਪਿਸਰਿਆ ਜਿਹੜਾ ਹੈਗਾ ਉਹ ਪੋਸਟ ਮੈਟ੍ਰਿਕ ਸਕੀਮ ਦੇ ਅੰਦਰ ਜਿਹੜਾ ਕਵਰ ਹੁੰਦਾ ਬੱਚਾ, ਉਸ ਬੱਚਿਆਂ ਦਾ ਕੋਈ ਕਸੂਰ ਨਹੀਂ। ਅੱਜ ਜਿਹੜੀ ਇਹ ਐਸੋਸੀਏਸ਼ਨ ਬਣੀ ਹੈ ਪ੍ਰਾਈਵੇਟ ਸਕੂਲਾਂ ਦੀ ਜੈਕ, ਉਹਨਾਂ ਨੇ ਇਹ ਐਲਾਨ ਕੀਤਾ ਵੀ ਅਸੀਂ 2 ਲੱਖ ਬੱਚਿਆਂ ਦਾ ਰੋਲ ਨੰਬਰ ਜਿਹੜਾ ਆ ਉਹ ਰੋਕ ਦਿਆਂਗੇ ਔਰ ਨਹੀਂ ਦੇਵਾਂਗੇ ਰੋਲ ਨੰਬਰ ਔਰ ਸਿੱਧਾ ਇਹ ਚੈਲੰਜ ਕਿਹਨੂੰ ਆ? ਸਰਕਾਰ ਨੂੰ ਆ। ਲੇਕਿਨ ਉਹ ਆਪਣਾ ਇਹ ਗੁੱਸਾ ਜਿਹੜਾ ਆ, ਮੈਂ ਇਹ ਐਵੇਂ ਨਹੀਂ ਕਹਿੰਦਾ ਜਦੋਂ ਮੈਂ ਗੱਲ ਕਰਦਾ ਵੀ ਇਹ ਜਿਹੜੇ ਕਾਲਜ ਯੂਨੀਵਰਸਿਟੀਆਂ ਜਿਨ੍ਹਾਂ ਨੂੰ ਵਿੱਦਿਆ ਦੇ ਮੰਦਰ ਕਹਿੰਦੇ ਸੀ ਅੱਜ ਇਹ ਮਾਲ ਬਣ ਗਏ ਆ, ਅੱਜ ਇਹ ਵੱਡੀਆਂ ਦੁਕਾਨਾਂ ਬਣ ਗਈਆਂ ਆ ਕਿਉਂਕਿ ਐਦਾਂ ਦਾ ਚੈਲੰਜ ਇਹ ਸੰਵਿਧਾਨਕ ਜਿਹੜੇ ਸਾਡੇ ਰਾਈਟਸ ਹੈਗੇ ਆ, ਜਿਹੜਾ ਸਾਡਾ ਫੰਡਾਮੈਂਟਲ ਰਾਈਟ ਆ, ਜਿਹੜੇ ਸਾਡੇ ਮੌਲਿਕ ਅਧਿਕਾਰ ਆ ਉਹਨਾਂ ਦੇ ਉੱਤੇ ਸਿੱਧਾ ਹਮਲਾ ਆ ਕਿਉਂਕਿ ਸੰਵਿਧਾਨ ਕਹਿੰਦਾ ਸਿੱਖਿਆ ਔਰ ਚਿਕਿਤਸਾ ਨਿਸ਼ੁਲਕ ਔਰ ਅਨਿਵਾਰਿਆ, ਸਰਕਾਰ ਦੀ ਜ਼ਿੰਮੇਵਾਰੀ ਆ, ਪੜ੍ਹਾਈ ਤੇ ਦਵਾਈ ਮੁਫਤ ਤੇ ਜ਼ਰੂਰੀ, ਇਹ ਸੰਵਿਧਾਨ ਕਹਿੰਦਾ। ਲੇਕਿਨ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਆ ਉਹ ਸਰਕਾਰਾਂ ਕੁਝ ਨਹੀਂ ਕਰ ਰਹੀਆਂ ਔਰ ਮੈਂ ਜਿਸ ਦਿਨ ਇਹ ਸ਼ਨੀਵਾਰ ਦੀ ਉਹਨਾਂ ਦੀ ਮੀਟਿੰਗ ਹੋਈ ਆ ਪਿਛਲੇ ਸ਼ਨੀਵਾਰ 3 ਤਰੀਕ ਨੂੰ ਔਰ ਅਸੀਂ 4 ਤਰੀਕ ਦਾ ਐਤਵਾਰ ਸੀ, 4 ਤਰੀਕ ਨੂੰ ਨਿਊਜ਼ ਫਲੈਸ਼ ਹੁੰਦੀ ਆ ਔਰ ਸੋਮਵਾਰ ਨੂੰ ਅਸੀਂ ਜਿਹੜਾ ਇਹਦੇ ਖਿਲਾਫ ਪ੍ਰੋਟੈਸਟ ਕੀਤਾ। ਔਰ ਮੈਂ ਇਹ ਇੱਥੇ ਗੱਲ ਥੋੜ੍ਹਾ ਜਿਹਾ ਜੋੜਨਾ ਚਾਹੁੰਦਾ ਹਾਂ। ਤੁਸੀਂ ਕਿਹਾ 2007 ਦੇ ਵਿੱਚ ਡਾਕਟਰ ਮਨਮੋਹਨ ਸਿੰਘ ਹੋਰਾਂ ਦੇ ਪ੍ਰਧਾਨ ਮੰਤਰੀ ਹੁੰਦਿਆਂ ਇਸ ਦਾ ਸ਼ੁਰੂਆਤ ਜਿਹੜੀ ਇਹਦਾ ਆਗਾਜ਼ ਹੁੰਦਾ ਆ, ਉਹਦੇ ਤੋਂ ਬਾਅਦ ਇਹ ਕੇਂਦਰ ਦੀ ਜ਼ਿੰਮੇਵਾਰੀ ਸੀਗੀ। ਪਰ ਅਸੀਂ ਇਹ ਵੀ ਜਾਣਦੇ ਹਾਂ ਕਿ ਉਸ ਤੋਂ ਬਾਅਦ ਕੇਂਦਰ ਨੇ ਇਸ ਜ਼ਿੰਮੇਵਾਰੀ ਤੋਂ ਸਮਾਂ ਬਾਅਦ ਸਮਾਂ ਪੈਰ ਕਿਵੇਂ ਪਿੱਛੇ ਖਿੱਚਿਆ। ਕਦੀ ਇਹ ਕਿਹਾ ਗਿਆ ਕਿ 10% ਸਟੇਟਾਂ ਪਾਉਣਗੀਆਂ, 90% ਪਹਿਲਾਂ ਸਾਰਾ ਸੀ, ਫਿਰ 90% ਹੋਇਆ, 90 ਤੋਂ 80, 80 ਤੋਂ 60, 60 ਤੋਂ 50, 50 ਤੋਂ ਬਾਅਦ ਸੂਬਿਆਂ ਦੇ ਉੱਤੇ ਸੁੱਟਣ ਦੀ ਵੀ ਜਿਹੜੀ ਉਹ ਕੋਸ਼ਿਸ਼ ਕੀਤੀ ਗਈ। ਅੱਜ ਦੇ ਦੌਰ 'ਚ ਆ 2 ਲੱਖ ਵਿਦਿਆਰਥੀਆਂ ਦੇ ਭਵਿੱਖ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਹੁਣ ਇਹਦੇ ਵਿੱਚ ਤੁਸੀਂ ਕਿਹਨੂੰ ਜ਼ਿੰਮੇਵਾਰ ਮੰਨਦੇ ਹੋ? ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜ਼ਿੰਮੇਵਾਰ ਆ ਉਹਨਾਂ ਵਿਦਿਆਰਥੀਆਂ ਦਾ ਜਿਹੜਾ ਭਵਿੱਖ ਹਨੇਰੇ ਦੇ ਵਿੱਚ ਜਾਣ ਲਈ, ਜਾਂ ਕੇਂਦਰ ਵਾਲੀ ਸਰਕਾਰ ਜ਼ਿੰਮੇਵਾਰ ਹੈ? ਦੋਨੋਂ ਜ਼ਿੰਮੇਵਾਰ ਆ, ਦੋਨੋਂ ਹੀ ਜ਼ਿੰਮੇਵਾਰ ਆ। ਕੇਂਦਰ ਦੀ ਸਰਕਾਰ ਜਿਹੜੀ ਆ ਉਹਨੇ 2018 ਦੇ ਵਿੱਚ ਇਸ ਸਕੀਮ ਨੂੰ ਰਿਵਿਊ ਕੀਤਾ। 2018 ਦੇ ਵਿੱਚ ਸਭ ਤੋਂ ਵੱਡਾ ਗੜਾਸਾ ਉਹਨਾਂ ਨੇ BC ਸਮਾਜ ਦੇ ਉੱਤੇ ਚਲਾਇਆ ਕਿਉਂਕਿ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਆ ਜਿਹਦੇ ਤੇ ਮੈਨੂੰ ਹੈਰਾਨਗੀ ਆ ਵੀ ਜਿਨ੍ਹਾਂ ਦੇ ਵਾਸਤੇ ਇਹ ਸਕੀਮ ਸੀ ਉਹ ਬੋਲਦੇ ਨਹੀਂ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਜਿਹੜੀ ਆ ਔਰ SC ST ਔਰ OBC ਵਾਸਤੇ ਸੀ। ਉਹਦੇ ਵਿੱਚ ਇੱਕ ਇਨਕਮ ਦੀ ਦਰ ਦਿੱਤੀ ਸੀ ਵੀ ਜਿਹੜਾ ਅਨੁਸੂਚਿਤ ਜਾਤੀ ਦਾ ਬੱਚਾ ਆ, SC ST ਪਰਿਵਾਰ ਦਾ ਆ, ਉਹਦੀ ਜਿਹੜੀ ਸਾਲਾਨਾ ਇਨਕਮ ਆ 2.5 ਲੱਖ ਤੋਂ ਥੱਲੇ ਹੋਏਗੀ, ਉਹ ਇਸ ਸਕੀਮ ਦੇ ਵਿੱਚ ਕਵਰ ਹੋਏਗਾ। ਔਰ ਜਿਹੜਾ OBC ਸਮਾਜ ਦਾ BC ਸਮਾਜ ਦਾ ਬੱਚਾ ਆ ਜਿਹਦੀ ਸਾਲਾਨਾ ਇਨਕਮ 1 ਲੱਖ ਤੋਂ ਘੱਟ ਹੋਏਗੀ, ਉਹ ਇਸ ਸਕੀਮ ਦੇ ਵਿੱਚ ਕਵਰ ਹੋਏਗਾ। ਲੇਕਿਨ 2018 ਦੇ ਵਿੱਚ ਕੇਂਦਰ ਦੀ ਸਰਕਾਰ ਨੇ ਇਸ ਸਕੀਮ ਨੂੰ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਲਿਖਤਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਫॉर SC, ਉਹਨਾਂ ਨੇ BC ਬਾਹਰ ਹੀ ਕੱਢਤਾ ਔਰ ਇੱਕ ਵੀ BC ਨਹੀਂ ਬੋਲਿਆ। ਔਰ ਕਹਿਣ ਨੂੰ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਉਹ ਵੀ ਆਪਣੇ ਆਪ ਨੂੰ BC ਕਹਿ ਰਿਹਾ, ਨਰਿੰਦਰ ਮੋਦੀ ਆਪਣੇ ਆਪ ਨੂੰ BC ਕਹਿੰਦਾ। ਜਿਹੜਿਆਂ ਇਹਨਾਂ ਦੇ ਵਿੱਚ ਵੱਡੇ ਵੱਡੇ ਲੀਡਰ ਆ, ਜਿਹੜੇ ਵੱਡੇ ਵੱਡੇ ਇਹਨਾਂ ਦੇ ਪ੍ਰਚਾਰਕ ਆ, ਚਾਹੇ ਉਹ ਲਾਲਾ ਰਾਮਦੇਵ ਵੀ ਹੋਵੇ ਜਿਹੜਾ ਇਹਨਾਂ ਦਾ ਬਹੁਤ ਵੱਡਾ ਬ੍ਰਾਂਡ ਐਂਬੈਸਡਰ ਬਣਿਆ ਹੋਇਆ ਸੀ, ਉਹ ਵੀ BC ਆ ਕਹਿੰਦਾ ਆਪਣੇ ਆਪ ਨੂੰ। ਲੇਕਿਨ ਇਹ ਜਿਹੜੀ ਗੱਲ ਆ ਵੀ BC ਬੋਲਿਆ ਕੋਈ ਨਹੀਂ। ਇੱਕ ਤਾਂ ਸਕੀਮ ਉੱਥੋਂ ਇਹਨਾਂ ਨੇ ਗੜਾਸਾ ਚਲਾਤਾ, ਦੂਸਰੀ ਗੱਲ ਅੱਜ ਇਹ ਗੱਲ ਹੋ ਰਹੀ ਆ ਵੀ 60% ਜਿਹੜਾ ਕੇਂਦਰ ਦੇਗਾ, 40% ਜਿਹੜਾ ਸਟੇਟ ਦੇਗਾ। ਔਰ ਮੈਂ ਹੈਰਾਨ ਹਾਂ ਇਸ ਗੱਲੋਂ ਵੀ ਪਰਸੋਂ ਰਾਜਕੁਮਾਰ ਚੱਬੇਵਾਲ ਜੀ ਜਿਹੜੇ ਕਾਂਗਰਸ ਦੇ ਵਿਧਾਇਕ ਨੇ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਹੋਰਾਂ ਨੇ ਇਹ ਗੱਲ ਕਹੀ ਵੀ ਅਸੀਂ ਆਪਣਾ 40% ਹਿੱਸਾ ਦੇਣ ਨੂੰ ਤਿਆਰ ਹਾਂ, ਕੇਂਦਰ 60 ਦੇ ਦੇਵੇ। ਮੈਂ ਕਹਿੰਦਾ 40% ਇਹ ਉਹਨੇ ਉੱਥੇ ਜ਼ਿਕਰ ਕੀਤਾ 1500 ਕੁਛ ਕਰੋੜ ਦਾ, ਲੇਕਿਨ ਜਿਹੜੀ ਕਾਲਜਾਂ ਦੀ ਸਟੇਟਮੈਂਟ ਆ ਉਹ ਹੈਗੀ 1800 ਕੁਛ ਕਰੋੜ ਦੀ। ਜਿਹੜੀ ਉਹਨਾਂ ਨੇ ਕੀਤੀ ਆ ਉਹ 1800 300 ਕਰੋੜ ਦਾ ਜਿਹੜਾ ਡਿਫਰੈਂਸ ਆ ਉਹ ਪਤਾ ਕਾਹਦਾ ਆ? ਉਹ ਆ ਜਿਹੜਾ ਪਿਛਲੇ ਸਾਲ ਸਾਧੂ ਸਿੰਘ ਧਰਮਸੋਤ ਦਾ ਜਿਹੜਾ ਉਹ ਘੁਟਾਲਾ ਸਾਹਮਣੇ ਆਇਆ ਸੀ, ਜਿਹੜਾ ਕਿਰਪਾ ਸ਼ੰਕਰ ਸਰੋਜ ਹੁਣਾਂ ਨੇ IAS ਅਫਸਰ ਸੀਗੇ ਜਿਨ੍ਹਾਂ ਨੇ ਉਹ ਘੁਟਾਲਾ ਸਾਹਮਣੇ ਲਿਆਂਦਾ ਵੀ 300 ਕਰੋੜ ਤੋਂ ਵੱਧ ਦਾ ਘੁਟਾਲਾ। ਉਹ 300 ਕਰੋੜ ਜਿਹੜਾ ਹੈਗਾ ਉਹ ਇਹਨਾਂ ਨੇ ਸਾਈਡ ਤੇ ਕਰਕੇ 1500 ਕਰੋੜ ਦੀ ਗੱਲ ਕਰ ਰਹੇ ਆ। ਤੋ ਜਿਹੜਾ 40% ਹਿੱਸਾ ਸਟੇਟ ਗਵਰਨਮੈਂਟ ਕਹਿ ਰਹੀ ਹੈ ਵੀ ਅਸੀਂ ਦੇਣ ਨੂੰ ਤਿਆਰ ਹਾਂ, 40% ਵੀ ਜਿਹੜਾ ਹਿੱਸਾ ਆ ਉਹ ਜੇ 1500 ਕਰੋੜ ਦਾ ਲਾ ਲਈਏ ਤਾਂ ਉਹ ਵੀ ਦੇਖ ਲਓ ਕਿੰਨਾ ਬਣਦਾ ਆ।
ਉਹ ਜਿਹੜਾ ਹਿੱਸਾ ਆ ਉਹ ਵੀ ਤਕਰੀਬਨ 600 ਕਰੋੜ ਤੋਂ ਪਲੱਸ ਬਣ ਜਾਣਾ ਆ ਤੇ ਦਿਓ 600 ਕਰੋੜ ਦਿਓ, ਨਹੀਂ ਦੇ ਰਹੇ। ਦੂਸਰੇ ਪਾਸੇ ਕੇਂਦਰ ਦੀ ਸਰਕਾਰ ਆ, ਕੇਂਦਰ ਦੀ ਸਰਕਾਰ ਦਾ 900 ਕਰੋੜ ਦਾ ਜੇ ਹਿੱਸਾ ਆਪਾਂ ਉਹਦੇ ਚਲਾਉਂਦੇ ਆ ਤਾਂ ਕੇਂਦਰ ਜਿਹੜਾ ਆ ਡਿੰਗਾ ਮਾਰਦਾ। ਅੱਜ ਭਾਰਤੀ ਜਨਤਾ ਪਾਰਟੀ ਇਸ ਗੱਲ ਦੀਆਂ ਡਿੰਗਾ ਮਾਰਦੀ ਆ ਵੀ ਅਸੀਂ ਜੇ ਪੰਜਾਬ ਦੇ ਵਿੱਚ ਸਾਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਿਆ ਤਾਂ ਅਸੀਂ ਦਲਿਤ ਮੁੱਖ ਮੰਤਰੀ ਬਣਾਵਾਂਗੇ। ਆਪਾਂ ਅੱਜ ਇਸ ਗੱਲ ਤੇ ਜੇ ਵਿਚਾਰ ਕਰ ਲਈਏ ਵੀ ਦਲਿਤ ਮੁੱਖ ਮੰਤਰੀ ਤੋਂ ਬਾਅਦ ਦੀ ਗੱਲ ਆ, ਇਹਨਾਂ ਨੇ ਦਲਿਤ ਰਾਸ਼ਟਰਪਤੀ ਬਣਾਇਆ ਰਾਮਨਾਥ ਕੋਵਿੰਦ ਇੱਕ ਰਬੜ ਦੀ ਮੋਹਰ। ਰਾਸ਼ਟਰਪਤੀ ਦਾ ਅਹੁਦਾ ਦੇਸ਼ ਦਾ ਨੰਬਰ 1 ਨਾਗਰਿਕ, ਦੇਸ਼ ਦਾ ਨੰਬਰ 1 ਨਾਗਰਿਕ ਜਿਹੜਾ ਰਾਸ਼ਟਰਪਤੀ ਹੁੰਦਾ ਹੈ। ਔਰ ਰਾਸ਼ਟਰਪਤੀ ਦੇ ਹਾਲਾਤ ਕੀ ਆ ਕਿ ਜਿਹੜਾ ਅੱਜ ਦੇਸ਼ ਦੇ ਅੰਦਰ ਕਿਸਾਨ, ਮਜ਼ਦੂਰ, ਦੁਕਾਨਦਾਰ ਸੜਕਾਂ ਦੇ ਉੱਤੇ ਬੈਠਾ, ਉਹ ਜਿਹੜਾ ਆਰਡੀਨੈਂਸ ਜਿਨ੍ਹਾਂ ਨੂੰ ਕਾਨੂੰਨਾਂ ਦਾ ਰੂਪ ਦਿੱਤਾ, ਕਾਨੂੰਨਾਂ ਦੀ ਸ਼ਕਲ ਦਿੱਤੀ, ਇਸੇ ਡਾਕਟਰ ਰਾਮਨਾਥ ਕੋਵਿੰਦ ਨੇ ਬੀਜੇਪੀ ਦੇ ਇਸ਼ਾਰੇ ਤੇ ਰਾਤ ਨੂੰ ਸਾਈਨ ਕਰ ਦਿੱਤੇ। ਨਹੀਂ, ਇਹ ਇਕੱਲੇ ਰਾਮਨਾਥ ਕੋਵਿੰਦ ਹੁਰੀ ਨਹੀਂ ਹੈ, ਸਾਡਾ ਸੰਵਿਧਾਨ ਇਦਾਂ ਦਾ ਸਿਸਟਮ ਬਣਾ ਦਿੰਦਾ ਹੈ ਜਿਹਦੇ ਵਿੱਚ ਬਹੁਤੇ ਰਾਸ਼ਟਰਪਤੀ ਰਬੜ ਦੀ ਮੋਹਰ ਹੀ ਰਿਹਾ। ਚੰਦ ਕੁ ਰਾਸ਼ਟਰਪਤੀਆਂ ਦਾ ਨਾਮ ਲਿਆ ਜਾ ਸਕਦਾ ਜਿਹਦੇ ਵਿੱਚ APJ ਅਬਦੁਲ ਕਲਾਮ ਹੋਰਾਂ ਦਾ ਜ਼ਿਕਰ ਕੀਤਾ ਜਾ ਸਕਦਾ। ਉਹ ਕਦੀ ਰਬੜ ਦੀ ਮੋਹਰ ਨਹੀਂ ਬਣੇ। ਇਹ ਵੱਖਰੀ ਗੱਲ ਹੈ ਕਿ ਤੁਸੀਂ ਆਪਣੇ ਉਹਨਾਂ ਹੱਕਾਂ ਨੂੰ ਪਛਾਣਦੇ ਹੋ ਜਾਂ ਨਹੀਂ ਪਛਾਣਦੇ ਹੋ, ਕਿਸੇ ਸਾਹਮਣੇ ਅੜਦੇ ਹੋ ਜਾਂ ਨਹੀਂ ਅੜਦੇ ਹੋ। ਮੈਂ ਇਸੇ ਕਰਕੇ ਕਹਿ ਰਿਹਾ ਨਾ ਵੀ ਕੱਲ ਨੂੰ ਇਹ ਮੁੱਖ ਮੰਤਰੀ ਵੀ ਇਦਾਂ ਦਾ ਬਣਾਉਣਗੇ ਜਿਹੜਾ ਰਬੜ ਦੀ ਮੋਹਰ ਹੋਏਗਾ। ਅੱਜ ਵਿਜੇ ਸਾਂਪਲਾ ਜੀ ਜਿਹੜੇ SC ST ਕਮਿਸ਼ਨ ਦੇ ਨੈਸ਼ਨਲ ਚੇਅਰਮੈਨ ਨੇ, ਉਹ ਅੱਜ ਸਮਨਿੰਗ ਕਰ ਰਹੇ ਆ ਪੰਜਾਬ ਦੇ ਵਿੱਚ ਸੀਨੀਅਰ ਆਫੀਸਰਸ ਨੂੰ ਸਮਨਿੰਗ ਕਰ ਰਹੇ ਆ ਵੀ ਆਓ ਇੱਥੇ ਗੱਲ ਸੁਣੋ ਵੀ ਭਾਈ ਇੱਕ ਵਾਰੀ ਸਮਨਿੰਗ ਜਿਹੜੀ ਹੈਗੀ ਆ ਵੈਲਫੇਅਰ ਡਿਪਾਰਟਮੈਂਟ ਜਿਹੜਾ ਨੈਸ਼ਨਲ ਵੈਲਫੇਅਰ ਆ ਉਹਨੂੰ ਵੀ ਕਰਕੇ ਦੇਖ ਲਓ। ਦੇਖੋ ਪੁੱਛੋ ਤਾਂ ਸਹੀ, ਪੈਮਾਨਾ ਤਾਂ ਇੱਕ ਹੋਣਾ ਚਾਹੀਦਾ। ਤਾਂ ਇਦਾਂ ਦੀਆਂ ਰਬੜ ਦੀਆਂ ਮੋਹਰਾਂ ਇਹਨਾਂ ਕੋਲ ਹੈਗੀਆਂ ਆ। ਅੱਛਾ, ਵੱਡੀ ਗੱਲ ਇਹ ਹੈ ਕਿ ਰੁਕਦੀ ਕਿਉਂ ਆ ਇਹ ਸਕਾਲਰਸ਼ਿਪ, ਅਟਕਦੀ ਕਿੱਥੇ ਜਾ ਕੇ? ਜਦ ਤੁਹਾਡੀ ਸਕੀਮ ਚਲਾਈ ਹੋਈ, ਤੁਹਾਨੂੰ ਪਤਾ ਆ ਬਜਟ ਬਣਾਉਂਦੇ ਆ, ਬਜਟ ਦੇ ਵਿੱਚ ਉਹ ਮੱਦ ਰੱਖਦੇ ਆ ਕਿ ਇੰਨੀ ਇਸ ਸਕੀਮ ਦੇ ਲਈ ਰਕਮ ਰੱਖੀ ਜਾਏਗੀ। ਔਰ ਵਿਦਿਆਰਥੀਆਂ ਦਾ ਵੀ ਤਕਰੀਬਨ ਕੋਈ ਇਦਾਂ ਤਾਂ ਹੈ ਨਹੀਂ ਆ ਕਿ ਲੇਖਾ ਜੋਖਾ ਹੀ ਕੋਈ ਨਹੀਂ ਹੈਗਾ, ਵਿਦਿਆਰਥੀਆਂ ਦੇ ਸਾਰੇ ਲੇਖੇ ਜੋਖੇ ਹੈਗੇ ਆ। ਅਟਕਦੀ ਕਿੱਥੇ ਜਾ ਕੇ, ਕਿਉਂ ਰੁਕ ਜਾਂਦੀ ਹੈ ਇਹ? ਉਹ ਇਸ ਕਰਕੇ ਰੁਕ ਜਾਂਦੀ ਆ ਕਿਉਂਕਿ ਦਲਿਤ ਸਮਾਜ ਜਿਹੜਾ ਆ ਉਹ ਅਜੇ ਯੂਨਾਈਟ ਨਹੀਂ ਹੈਗਾ, ਇਸ ਕਰਕੇ ਰੁਕਦੀ ਹੈ। ਸਭ ਤੋਂ ਵੱਡੀ ਕਮਜ਼ੋਰੀ ਜਿਹੜੀ ਆ ਉਹ ਇਹ ਆ। ਸਰਕਾਰਾਂ ਦਾ ਕੋਈ ਕਸੂਰ ਨਹੀਂ ਹੈ। ਨਹੀਂ, ਸਭ ਤੋਂ ਵੱਡੀ ਕਮਜ਼ੋਰੀ ਮੈਂ ਇਹ ਕਹਿ ਰਿਹਾ, ਸਰਕਾਰਾਂ ਤਾਂ ਇਸ ਕਮਜ਼ੋਰੀ ਦਾ ਫਾਇਦਾ ਉਠਾ ਰਹੀਆਂ। ਕਸੂਰ ਤਾਂ ਉਹਨਾਂ ਦਾ ਹੀ ਆ। ਜੇ ਸਰਕਾਰਾਂ ਇਮਾਨਦਾਰ ਹੁੰਦੀਆਂ ਤੇ ਇੱਥੋਂ ਤੱਕ ਅੰਦੋਲਨ ਨਾ ਹੁੰਦੇ। ਦੂਸਰੀ ਗੱਲ ਵੀ ਜੇ ਸਮਾਜ ਇਕਜੁੱਟ ਹੁੰਦਾ ਤੇ ਸਰਕਾਰਾਂ ਨੂੰ ਕੰਨੋਂ ਫੜ ਕੇ ਰੱਖਦਾ। ਹੁਣ ਜਿਹੜੇ ਲੋਕ ਸਾਡੀ ਸਕੀਮ ਖਾ ਕੇ ਬੈਠੇ ਆ ਉਹਨਾਂ ਦੇ ਵਿੱਚ ਤਾਂ ਸਾਡੇ SC ST ਕਮਿਸ਼ਨ ਦੇ ਜਿਹੜੇ ਚੇਅਰਮੈਨ ਉਹਨਾਂ ਦੇ ਗੁੱਗੇ ਗਾਉਣ ਡਏ ਵਾ। ਆ ਫਗਵਾੜੇ ਤੋਂ ਜਿਹੜੇ ਲੋਕ ਸਭਾ ਦੇ ਮੈਂਬਰ ਆਫ ਪਾਰਲੀਮੈਂਟ ਨੇ, ਜਿਹੜੇ ਕੇਂਦਰ ਦੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਰਹੇ ਆ, ਮਿਸਟਰ ਸੋਮ ਪ੍ਰਕਾਸ਼, ਉਹ ਵੀ ਤਾਂ ਜਿਹੜਾ ਆ ਉਹ SC ਹੈ, ਉਹ ਨਹੀਂ ਬੋਲ ਰਿਹਾ। ਮੈਨੂੰ ਯਾਦ ਆ ਵੀ 17 ਨਵੰਬਰ 2015 ਦਾ ਉਹ ਦਿਨ ਜਦੋਂ ਬੱਚਿਆਂ ਨੂੰ ਇਸੇ ਤਰ੍ਹਾਂ ਰੋਲ ਨੰਬਰ ਨਾ ਸੀ ਮਿਲ ਰਹੇ ਤਾਂ ਮੈਂ 1000 ਦੇ ਕਰੀਬ ਬੱਚਿਆਂ ਨੂੰ ਲੈ ਕੇ ਸੋਮ ਪ੍ਰਕਾਸ਼ ਜੀ ਦੀ ਕੋਠੀ ਦੇ ਬਾਹਰ ਗਿਆ ਸੀ। ਉਸ ਵੇਲੇ ਅਕਾਲੀ BJP ਦੀ ਗਵਰਨਮੈਂਟ ਸੀ ਪੰਜਾਬ ਦੇ ਵਿੱਚ ਤੇ ਮੈਨੂੰ ਇਹਨਾਂ ਨੇ 57 ਦੇ ਵਿੱਚ 10 ਦਿਨ ਲਈ ਜੇਲ੍ਹ ਭੇਜਿਆ। ਕਾਹਤੇ? ਵੀ ਮੇਰੇ ਦਰਵਾਜ਼ੇ ਦੇ ਉੱਤੇ ਬੱਚਿਆਂ ਦਾ ਦੁੱਖ ਲੈ ਕੇ ਕਿਉਂ ਆਇਆ। ਜਿੱਦਣ ਮੈਂ ਮਰਨ ਵਰਤ ਦੇ ਉੱਤੇ ਬੈਠਾ 7 ਅਕਤੂਬਰ 2019 ਨੂੰ, ਜਿੱਦਣ ਮੈਂ ਮਰਨ ਵਰਤ ਦੇ ਉੱਤੇ ਬੈਠਾ, ਉਸ ਵੇਲੇ ਇਹਨਾਂ ਨੇ ਜਦੋਂ ਇਹਨਾਂ ਨੇ ਆਪਣੇ ਮੈਂ ਇੱਥੇ ਬੈਠਾ ਤਾਂ ਸੋਮ ਪ੍ਰਕਾਸ਼ ਉਹਨਾਂ ਦੀ ਸਟੇਟਮੈਂਟ ਸੀਗੀ ਵੀ ਜਰਨੈਲ ਨੰਗਲ ਪੋਸਟ ਮੈਟ੍ਰਿਕ ਦੇ ਉੱਤੇ ਜਿਹੜਾ ਰਾਜਨੀਤੀ ਕਰ ਰਿਹਾ। ਇਹ ਰਾਜਨੀਤੀ ਕਹਿ ਰਹੇ ਸੀ ਉਸ ਦਿਨ ਵੀ ਰਾਜਨੀਤੀ ਕਰ ਰਿਹਾ। ਤਾਂ ਜੇ ਰਾਜਨੀਤੀ ਮੈਂ ਕਹਿੰਦੇ ਕਰ ਰਿਹਾ ਤਾਂ ਮੈਂ ਇਹਨਾਂ ਦੇ ਕੋਲ ਬੱਚੇ ਲੈ ਕੇ ਗਿਆ। ਉਸ ਤੋਂ ਬਾਅਦ ਚ ਲਾਈਵ ਹੋਇਆ ਮੈਂ ਵੀ ਆਹ ਲਓ ਫੜੋ, ਮੈਨੂੰ ਨਹੀਂ ਚਾਹੀਦੀ ਰਾਜਨੀਤੀ, ਮੈਨੂੰ ਨਹੀਂ ਚਾਹੀਦੀਆਂ ਵੋਟਾਂ, ਆਹ ਬੱਚੇ ਖੜੇ ਤੁਸੀਂ ਰੋਲ ਨੰਬਰ ਦਵਾ ਦਿਓ। ਰੋਲ ਨੰਬਰ ਤਾਂ ਇਹ ਦਵਾ ਨਹੀਂ ਸਕੇ। ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਸਾਨੂੰ ਦੇਖਣੀਆਂ ਪੈਣਗੀਆਂ। ਹੁਣ ਉਹ ਜਿਹੜਾ 2 ਲੱਖ ਜਿਹੜਾ ਵਿਦਿਆਰਥੀ ਹੈ ਕਿ ਉਹ ਵੀ ਇਹਨਾਂ ਦੇ ਦਰਵਾਜ਼ਿਆਂ ਮੂਹਰੇ ਇੱਦਾਂ ਹੀ ਲੈ ਕੇ ਖੜਾ ਹੋ ਜਾਵੇ ਆਪਣੇ ਹੱਕ ਨੂੰ ਲੈਣ ਲਈ, ਜਾਂ ਇਹਦਾ ਕੋਈ ਹੱਲ ਤੁਹਾਨੂੰ ਕੋਈ ਹੋਰ ਵੀ ਨਜ਼ਰ ਆਉਂਦਾ ਕਿਤੇ ਕੁਝ ਕੀਤਾ ਜਾ ਸਕਦਾ? ਅਸੀਂ ਆਪਣੇ ਵੱਲੋਂ ਜਦੋਂ ਕਾਲਜ ਯੂਨੀਵਰਸਿਟੀਆਂ ਨੇ ਓਪਨ ਚੈਲੰਜ ਕਰਤਾ ਸਰਕਾਰ ਨੂੰ, ਓਪਨ ਚੈਲੰਜ ਕਰਤਾ ਭਾਰਤ ਦੇ ਸੰਵਿਧਾਨ ਨੂੰ, ਓਪਨ ਚੈਲੰਜ ਕਰਤਾ ਦਲਿਤ ਵਿਦਿਆਰਥੀਆਂ ਨੂੰ, ਤੇ ਅਸੀਂ ਵੀ ਉਹਨਾਂ ਨੂੰ ਚੇਤਾਵਨੀ ਦੇ ਦਿੱਤੀ ਹੈ। ਚੇਤਾਵਨੀ ਅਸੀਂ ਸਰਕਾਰ ਨੂੰ ਵੀ ਦਿੱਤੀ ਆ, ਕੇਂਦਰ ਨੂੰ ਵੀ ਤੇ ਪੰਜਾਬ ਨੂੰ ਵੀ, ਔਰ ਨਾਲ ਹੀ ਚੇਤਾਵਨੀ ਪ੍ਰਾਈਵੇਟ ਕਾਲਜ ਯੂਨੀਵਰਸਿਟੀਆਂ ਨੂੰ ਵੀ ਆ। 10 ਸਾਲ 11 ਸਾਲ ਹੋ ਗਏ ਲੜਾਈ ਲੜਦਿਆਂ ਨੂੰ। ਅੱਜ ਅਸੀਂ ਖੁੱਲੀ ਚੇਤਾਵਨੀ ਦਿੱਤੀ ਹੋਈ ਹੈ, ਅਗਰ ਕਿਸੇ ਬੱਚੇ ਦਾ ਰੋਲ ਨੰਬਰ ਰੁਕਿਆ, ਅਸੀਂ ਜਿਹੜੇ SC ST ਜਿਹੜੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ MLA ਔਰ MP ਲੋਕ ਸਭਾ ਤੇ ਵਿਧਾਨ ਸਭਾ ਦਾ ਆਨੰਦ ਮਾਣ ਰਹੇ ਆ, ਉਹਨਾਂ ਦਾ ਘਰਾਂ ਚੋਂ ਨਿਕਲਣਾ ਬੰਦ ਕਰਾਂਗੇ। ਔਰ ਦੂਸਰਾ, ਜਿਹੜੇ ਕਾਲਜ ਯੂਨੀਵਰਸਿਟੀ ਬੱਚਿਆਂ ਦਾ ਰੋਲ ਨੰਬਰ ਰੋਕੂਗਾ ਉਹਨਾਂ ਕਾਲਜਾਂ ਦੇ ਗੇਟ ਬੰਦ ਕਰਾਂਗੇ। ਅੰਦੋਲਨ ਜਿਹੜਾ ਹੈਗਾ ਉਹ ਇਸੇ ਤਰੀਕੇ ਨਾਲ ਚੱਲੇਗਾ। ਲੇਕਿਨ ਇੱਥੇ ਵਿਚਾਰਨ ਵਾਲੀ ਗੱਲ ਇੱਕੋ ਹੀ ਆ ਕਿ ਇਹ ਅੰਦੋਲਨ ਜਿੱਥੇ ਬੱਚੇ ਨੇ ਟੈਨਸ਼ਨ ਫਰੀ ਹੋ ਕੇ, ਕਿਉਂਕਿ ਤੁਹਾਨੂੰ ਪਤਾ ਤੁਸੀਂ ਕਾਲਜ ਲਾਈਫ ਦੇ ਵਿੱਚੋਂ ਗਏ ਆ, ਅਸੀਂ ਵੀ ਪਹਿਲਾਂ ਜਦੋਂ ਆਪਣੀ ਸਟੱਡੀ ਕੰਪਲੀਟ ਕੀਤੀ ਆ ਉਸ ਤੋਂ ਪਹਿਲਾਂ ਅਸੀਂ ਵੀ ਦੇਖਿਆ ਵੀ ਕਾਲਜ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਜਦੋਂ ਫਾਈਨਲ ਐਗਜ਼ਾਮ ਹੁੰਦੇ ਸੀ ਨਾ, ਉਸ ਤੋਂ ਹਫਤਾ 10 ਦਿਨ ਪਹਿਲਾਂ ਬੱਚਿਆਂ ਨੂੰ ਫਰੀ ਕਰ ਦਿੱਤਾ ਜਾਂਦਾ ਸੀ ਤਾਂ ਕਿ ਉਹ ਫਰੀ ਮਾਈਂਡ ਰਹਿਣ। ਲੇਕਿਨ ਇੱਥੇ ਬੱਚਿਆਂ ਦੇ ਆਖਰੀ ਟਾਈਮ ਤੱਕ ਤਲਵਾਰ ਸਿਰ ਤੇ ਲਟਕਦੀ ਆ ਵੀ ਮੈਨੂੰ ਪਤਾ ਨਹੀਂ ਰੋਲ ਨੰਬਰ ਸਲਿੱਪ ਮਿਲਣੀ ਜਾਂ ਨਹੀਂ ਮਿਲਣੀ।
ਇਹ ਜਿਹੜੀ ਤਲਵਾਰ ਲਟਕਦੀ ਆ, ਇਹ ਤਲਵਾਰ ਬੱਚਿਆਂ ਨੂੰ ਮਾਨਸਿਕ ਤੌਰ ਤੇ ਕਿਤੇ ਨਾ ਕਿਤੇ ਕਮਜ਼ੋਰ ਕਰ ਰਹੀ ਆ, ਉਹਨਾਂ ਦਾ ਪੜ੍ਹਾਈ ਦਾ ਨੁਕਸਾਨ ਕਰ ਰਹੀ ਆ। ਤੇ ਕੱਲ ਨੂੰ ਇਹੀ ਲੋਕ ਜਿਹੜੇ ਹੈਗੇ ਆ, ਇਹਨਾਂ ਨੇ ਹੀ ਬੱਚਿਆਂ ਨੂੰ ਕਹਿਣਾ ਵੀ ਇਹ ਤਾਂ ਜੀ, ਜਿੱਦਾਂ ਤੁਸੀਂ ਕਈਆਂ ਐਪੀਸੋਡ ਦੇ ਵਿੱਚ ਦੇਖਿਆ, ਕਈ ਮੂਰਖ ਬੰਦਿਆਂ ਦੇ ਬਿਆਨ ਵੀ ਸੁਣੇ ਹੋਣੇ ਆ ਵੀ ਰਿਜ਼ਰਵ ਕੈਟਾਗਰੀ ਵਾਲੇ ਜਿਹੜੇ ਹੈਗੇ ਆ, ਉਹ ਤਾਂ ਜੀ ਘੱਟ ਨੰਬਰਾਂ ਦੇ ਉੱਤੇ ਪਾਸ ਹੋ ਕੇ ਤਾਂ ਮੋਹਰਲੀਆਂ ਕਤਾਰਾਂ ਦੇ ਵਿੱਚ ਆ ਜਾਂਦੇ ਆ। ਕਈ ਮੂਰਖ ਲੋਕ ਇਦਾਂ ਦੇ ਮੂਰਖ ਪ੍ਰਵਿਰਤੀ ਵਾਲੇ ਉਹਦੇ ਉੱਤੇ ਇੱਕ ਵੱਖਰੇ ਤਰੀਕੇ ਨਾਲ ਵੀ ਚਰਚਾ ਕੀਤੀ ਜਾ ਸਕਦੀ ਹੈ। ਇੱਕ ਨੰਗਲ ਸਾਹਿਬ, ਇੱਕ ਚੀਜ਼ ਹੋ ਰਿਹਾ, ਹੁਣ ਤੁਸੀਂ ਕਹਿੰਦੇ ਆ ਕਿ ਇਹਨਾਂ ਵਿਦਿਆਰਥੀਆਂ ਦੇ ਉੱਤੇ ਤਲਵਾਰ ਲਟਕਦੀ ਪਈ ਆ ਕਿ ਪਤਾ ਨਹੀਂ ਰੋਲ ਨੰਬਰ ਮਿਲਣੇ ਜਾਂ ਨਹੀਂ ਮਿਲਣੇ। ਰੋਲ ਨੰਬਰ ਮਿਲਣੇ ਜਾਂ ਨਹੀਂ ਮਿਲਣੇ, ਇਹ ਤਲਵਾਰ ਲਟਕਦੀ ਪਈ ਆ। ਮੁੱਖ ਮੰਤਰੀ ਉਪ ਮੁੱਖ ਮੰਤਰੀ ਬਣਨਾ ਹੀ ਬਣਨਾ, ਇਹ ਪੱਕਾ ਹੋ ਗਿਆ। ਨਹੀਂ, ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਵਾਲੀ ਗੇਮ ਜਿਹੜੀ ਹੈਗੀ ਆ, ਉਹ ਸਿਰਫ ਪੋਲੀਟੀਕਲ ਸਟੰਟ ਹੈਗਾ। ਦੇਖੋ, ਜਿਹੜੇ ਲੋਕ ਕਹਿੰਦੇ ਆ ਵੀ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ, ਉਹਨਾਂ ਦੀ ਸਰਕਾਰ 10 ਸਾਲ ਰਹੀ ਹੈ ਇੱਥੇ ਪੰਜਾਬ ਦੇ ਅੰਦਰ। ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ ਆ। ਉਪ ਮੁੱਖ ਮੰਤਰੀ ਤਾਂ ਛੱਡੋ, ਉਹ ਚੰਗਾ ਮਹਿਕਮਾ ਤੱਕ ਨਹੀਂ ਕਿਸੇ ਸ਼ੈਡਿਊਲ ਕਾਸਟ ਨੂੰ ਇਹਨਾਂ ਨੇ ਦਿੱਤਾ। ਸ਼ੈਡਿਊਲ ਕਾਸਟ ਮਿਨਿਸਟਰ ਜਿਹੜੇ ਬਣਾਉਂਦੇ ਸੀਗੇ, ਉਹ ਕਿਹੜੇ ਸ਼ੈਡਿਊਲ ਕਾਸਟ ਇਹਨਾਂ ਨੇ ਮਿਨਿਸਟਰ ਬਣਾਏ ਆ? ਚੰਗਾ ਮਹਿਕਮਾ ਤਾਂ ਦੇ ਨਹੀਂ ਸਕੇ। ਇਹਨਾਂ ਦੇ ਕੋਲ ਜਿਹੜੇ ਹੱਥ ਠੋਕੇ ਹੈਗੇ ਆ, ਮੰਨ ਲਓ ਕੱਲ ਨੂੰ ਜੇ ਕੋਈ ਇਦਾਂ ਦੀ ਗੱਲ, ਇਹਨਾਂ ਅੱਬਲ ਤਾਂ ਇਦਾਂ ਦਾ ਇਹ ਸੁਪਨੇ ਦੇਖੀ ਜਾਣ ਜਿੱਦਾਂ ਮਰਜ਼ੀ, ਇਦਾਂ ਦੇ ਹਾਲਾਤ ਪੈਦਾ ਨਹੀਂ ਹੋਣ ਲੱਗੇ। ਲੇਕਿਨ ਉਪ ਮੁੱਖ ਮੰਤਰੀ ਵਾਲੇ ਜਿਹੜਾ ਲੋਲੀਪੌਪ ਇਹ ਸਮਾਜ ਨੂੰ ਦੇਣਾ ਚਾਹੁੰਦੇ ਆ, ਉਹ ਲੋਲੀਪੌਪ ਹੁਣ ਸਮਾਜ ਨੇ ਲੈਣਾ ਨਹੀਂ। ਜਿਹੜੇ ਮੁੱਖ ਮੰਤਰੀ ਵਾਲੀ ਗੱਲ ਕਰਦੇ ਆ ਵੀ ਅਸੀਂ ਮੁੱਖ ਮੰਤਰੀ ਸ਼ੈਡਿਊਲ ਕਾਸਟ ਬਣਾ ਦਿਆਂਗੇ, ਉਹਨਾਂ ਦੀ ਕੇਂਦਰ ਦੇ ਵਿੱਚ ਸਰਕਾਰ ਬਣੀ ਨੂੰ ਅੱਜ 6 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ। 7ਵਾਂ ਸਾਲ ਚੱਲਦਾ ਪਿਆ। 7ਵਾਂ ਸਾਲਾਂ ਦੇ ਵਿੱਚ ਇਹ ਦੱਸਣ ਤਾਂ ਸਹੀ ਵੀ 5 ਸਾਲ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੀ ਰਹੀ ਆ। ਕਿਹੜਾ ਕੇਂਦਰ ਦੇ ਵਿੱਚ ਇਹਨਾਂ ਨੇ ਚੰਗਾ ਮਹਿਕਮਾ ਵਜ਼ੀਰ ਕੋਈ ਸ਼ੈਡਿਊਲ ਕਾਸਟ ਨੂੰ ਦਿੱਤਾ? ਕੋਈ ਦਿੱਤਾ ਚੰਗਾ ਮਹਿਕਮਾ? ਉਹ ਦਾਵਾ ਕਰਦੇ ਆ ਯੂਨੀਅਨ ਮਿਨਿਸਟਰ ਬਣਾਏ ਆ ਪੰਜਾਬ ਤੋਂ ਉਹਨਾਂ ਨੇ ਦਲਿਤ। ਉਹ ਬਣਾਇਆ, ਜਿਹੜਾ ਬਣਾਇਆ ਸਾਨੂੰ ਪਤਾ ਹੀ ਆ ਜੀ। ਤੁਹਾਨੂੰ ਹੁਣ ਅਸੀਂ ਉਹਦੇ ਬਾਰੇ ਚਰਚਾ ਕਰੀਏ, ਤੁਸੀਂ ਰੋਜ਼ ਜਾਣਦੇ ਹੋ। ਜਦੀ ਕਦੇ ਉਸ ਯੂਨੀਅਨ ਮਿਨਿਸਟਰ ਦੀ ਆਵਾਜ਼ ਖੁੱਲਦੀ ਦੇਖੀ ਆ, ਮੂੰਹ ਦੇ ਵਿੱਚੋਂ ਆਵਾਜ਼ ਨਿਕਲਦੀ ਦੇਖੀ ਆ? ਉਹ ਤਾਂ ਨਾਲ ਜਾ ਕੇ ਤੋਮਰ ਦੇ ਨਾਲ ਦੀ ਸੀਟ ਤੇ ਬੈਠਾ ਹੁੰਦਾ। ਕਿਸਾਨਾਂ ਦੇ ਜਦੋਂ ਫੈਸਲਿਆਂ ਦੀ ਮੀਟਿੰਗ ਹੁੰਦੀ ਆ ਤਾਂ ਉਸ ਵੇਲੇ ਨਾਲ ਦੀ, ਕਦੀ ਮੂੰਹ ਦੇ ਵਿੱਚੋਂ ਲਫ਼ਜ਼ ਸੁਣਿਆ ਉਹਨੇ? ਕਦੀ ਲਫ਼ਜ਼ ਨਹੀਂ ਸੁਣਿਆ। ਤੇ ਤੁਸੀਂ ਇੱਕ ਗੱਲ ਨੋਟ ਕਰਕੇ ਦੇਖੋ ਵੀ ਕੇਂਦਰ ਦੇ ਵਿੱਚ 5 ਸਾਲ ਅਟਲ ਬਿਹਾਰੀ ਵਾਜਪਾਈ ਤੇ 7 ਸਾਲ ਦਾ ਆਹ ਅਰਸਾ ਹੋ ਗਿਆ। ਇਹਨਾਂ 12 ਸਾਲਾਂ ਦੇ ਵਿੱਚ ਜਿਹੜੇ ਲੋਕ ਕਹਿੰਦੇ ਆ ਪੰਜਾਬ 'ਚ ਮੁੱਖ ਮੰਤਰੀ ਬਣਾਉਣਾ, ਇਹਨਾਂ ਨੇ ਚੰਗਾ ਕੋਈ ਮਹਿਕਮਾ ਨਹੀਂ ਅੱਜ ਤੱਕ ਦਿੱਤਾ। ਇਹਨਾਂ ਨੇ ਇੱਕ ਸ਼ੈਡਿਊਲ ਕਾਸਟ ਪ੍ਰਧਾਨ ਬਣਾਇਆ ਸੀਗਾ, ਤੁਹਾਨੂੰ ਸ਼ਾਇਦ ਯਾਦ ਹੋਵੇ, ਬੰਗਾਰੂ ਲਕਸ਼ਮਣ, ਤੁਹਾਨੂੰ ਸ਼ਾਇਦ ਯਾਦ ਹੋਵੇ। ਤੇ ਉਸ ਬੰਗਾਰੂ ਲਕਸ਼ਮਣ ਦਾ ਇਹਨਾਂ ਨੇ ਕੀ ਹਾਲ ਕੀਤਾ? ਉਹ ਸ਼ੈਡਿਊਲ ਕਾਸਟ ਸੀ। ਸਿਰਫ ਸ਼ੈਡਿਊਲ ਕਾਸਟਾਂ ਨੂੰ ਇਹਨਾਂ ਨੇ ਭਰਮਾਉਣ ਦੇ ਵਾਸਤੇ, ਉਹਨਾਂ ਨੂੰ ਗੁੰਮਰਾਹ ਕਰਨ ਦੇ ਵਾਸਤੇ ਬੰਗਾਰੂ ਲਕਸ਼ਮਣ ਦਾ ਹਾਲ ਕੀ ਕੀਤਾ ਇਹਨਾਂ ਨੇ? ਇਹ ਤੁਹਾਡੇ ਸਾਹਮਣੇ ਆ। ਦੁਨੀਆ ਇਸ ਗੱਲ ਦੀ ਗਵਾਹ ਆ ਕਿ ਇਹ ਲੋਕ ਕੀ ਕਰ ਸਕਦੇ, ਕਿੱਦਾਂ ਦੀ ਪ੍ਰਵਿਰਤੀ ਦੇ ਲੋਕ ਹੈਗੇ ਆ। ਇਹ ਆਪਾਂ ਨੂੰ ਪਤਾ ਆ। ਇਸ ਕਰਕੇ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਵਾਲਾ ਲੋਲੀਪੌਪ ਜਿਹੜਾ ਹੈਗਾ, ਉਹ ਇਹਨਾਂ ਦਾ ਹੁਣ ਚੱਲਣਾ ਨਹੀਂ। ਸਾਨੂੰ ਸਾਡੇ ਅਧਿਕਾਰ ਜਿਹੜੇ ਹੈਗੇ ਆ, ਉਪ ਮੁੱਖ ਮੰਤਰੀ ਦਾ 22 ਦੇ ਵਿੱਚ ਜਾ ਕੇ ਇਲੈਕਸ਼ਨਾਂ ਤੋਂ ਬਾਅਦ ਬਣੂਗਾ। ਐਗਜ਼ਾਮ ਜਿਹੜੇ ਹੈਗੇ ਉਹ ਤਾਂ ਜੁਲਾਈ 'ਚ ਆ। ਪੇਪਰ ਜੁਲਾਈ ਦੇ ਵਿੱਚ ਆ। ਵਿਦਿਆਰਥੀਆਂ ਦਾ ਭਵਿੱਖ ਹੁਣ ਤੈਅ ਹੋਣਾ ਆ। ਇੱਕ ਚੀਜ਼ ਇਹ ਵੀ ਆ, ਨੁਮਾਇੰਦਗੀ ਜੇ ਕੋਈ ਲਾਇਕ ਹੈਗਾ, ਮੈਨੂੰ ਨਹੀਂ ਲੱਗਦਾ, ਚਾਹੇ ਜਨਰਲ ਆ, ਚਾਹੇ ਐਸਸੀ ਆ, ਚਾਹੇ ਬੀਸੀ ਆ, ਚਾਹੇ ਓਬੀਸੀ ਆ, ਜੇ ਉਹ ਕਾਬਲ ਹੈਗਾ ਆ ਤੇ ਉਹਦੀ ਕਾਬਲੀਅਤ ਦੇ ਮੁਤਾਬਕ ਉਹਨੂੰ ਅਹੁਦਾ ਲਾਜ਼ਮੀ ਤੌਰ ਤੇ ਮਿਲਣਾ ਚਾਹੀਦਾ। ਹਰ ਧਿਰ ਦੀ ਨੁਮਾਇੰਦਗੀ ਹੋਣੀ ਚਾਹੀਦੀ। ਅਸੀਂ ਇਹ ਵੀ ਗੱਲ ਕਰਦੇ ਹਾਂ। ਔਰ ਹਰ ਧਿਰ ਦੀ ਨੁਮਾਇੰਦਗੀ ਦਾ ਮਤਲਬ ਇਹ ਹੁੰਦਾ ਕਿ ਹਰ ਧਿਰ ਨੂੰ ਕੁਝ ਨਾ ਕੁਝ ਮਿਲਦਾ ਆ, ਹਰ ਧਿਰ ਦੀ ਗੱਲ ਸੁਣੀ ਜਾਂਦੀ। ਨੁਮਾਇੰਦਗੀ ਦੇਣ ਦਾ ਮਤਲਬ ਇਹ ਹੁੰਦਾ ਆ। ਹੁਣ ਮੁੱਖ ਮੰਤਰੀ ਬਣਾਉਣਾ ਜ਼ਰੂਰੀ ਹੈ, ਉਪ ਮੁੱਖ ਮੰਤਰੀ ਬਣਾਉਣਾ ਜ਼ਰੂਰੀ ਹੈ। ਵੈਸੇ ਵੀ ਰਿਜ਼ਰਵ ਸੀਟਾਂ ਤਾਂ 30 ਤੋਂ ਵੱਧ ਹੈਗੀਆਂ ਨੇ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ। ਜਾਂ ਦਲਿਤ ਵਿਦਿਆਰਥੀ, ਦਲਿਤ ਬੱਚਿਆਂ ਨੂੰ, ਜਾਂ ਜਿਹੜੇ ਬਾਕੀ ਗਰੀਬ ਵਿਦਿਆਰਥੀ ਵੀ ਹੈਗੇ, ਇਕੱਲੇ ਦਲਿਤ ਨਹੀਂ ਆ, ਕਿਸੇ ਕਿਸਾਨ ਦੀ ਜ਼ਮੀਨ ਵੀ ਘੱਟ ਹੋ ਸਕਦੀ ਆ, ਉਹ ਵੀ ਗਰੀਬ ਹੋ ਸਕਦਾ, ਉਹਦੇ ਕੋਲ ਵੀ, ਕਿਉਂਕਿ ਜਿੰਨੇ ਖਰਚੇ ਹੋ ਚੁੱਕੇ ਆ ਸਕੂਲਾਂ ਕਾਲਜਾਂ ਦੇ, ਮੇਰਾ ਖਿਆਲ ਹੈ ਕਿ ਉਹਨਾਂ ਲਈ ਚੱਕਣੇ ਵੀ ਮੁਸ਼ਕਲ ਆ। ਜਾਂ ਇਹਨਾਂ ਬੱਚਿਆਂ ਨੂੰ ਚੰਗੀ ਸਿੱਖਿਆ, ਮੁਫਤ ਦੀ ਸਿੱਖਿਆ ਜਿਹੜੀ ਆ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਉਣੀ ਜ਼ਿਆਦਾ ਜ਼ਰੂਰੀ ਹੈ, ਜਾਂ ਮੁੱਖ ਮੰਤਰੀ ਬਣਾਉਣਾ ਜ਼ਰੂਰੀ ਹੈ? ਮੈਂ ਕਿਹਾ ਜੀ, ਮੁੱਖ ਮੰਤਰੀ ਤਾਂ 22 ਦੀ ਇਲੈਕਸ਼ਨ ਤੋਂ ਬਾਅਦ 'ਚ ਬਣਨਾ। 74 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ। 1950 ਤੋਂ ਬਾਅਦ 2021 ਚੱਲਦਾ 71 ਸਾਲ। 71 ਸਾਲ ਹੋ ਗਿਆ ਦੇਸ਼ ਦੇ ਅੰਦਰ ਸੰਵਿਧਾਨ ਲਾਗੂ ਹੋਇਆ। 71 ਸਾਲਾਂ ਦੇ ਵਿੱਚ ਸੰਵਿਧਾਨ ਦਾ ਪਹਿਲਾ ਪੰਨਾ ਨਹੀਂ ਇਹ ਲਾਗੂ ਕਰ ਸਕੇ। ਸੰਵਿਧਾਨ ਦਾ ਪਹਿਲਾ ਪੰਨਾ, ਜਿਹੜੀ ਮੈਂ ਤੁਹਾਨੂੰ ਪਹਿਲਾਂ ਗੱਲ ਬੋਲ ਕੇ ਹਟਿਆ, ਸਿੱਖਿਆ ਔਰ ਚਿਕਿਤਸਾ ਨਿਸ਼ੁਲਕ ਔਰ ਅਨਿਵਾਰਿਆ, ਪੜ੍ਹਾਈ ਤੇ ਦਵਾਈ ਮੁਫਤ ਤੇ ਜ਼ਰੂਰੀ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਸੰਵਿਧਾਨ ਦੇ ਪਹਿਲੇ ਪੰਨੇ ਤੇ ਲਿਖਿਆ। ਔਰ ਉਹਨਾਂ ਨੇ ਮੌਲਿਕ ਅਧਿਕਾਰਾਂ 'ਚ ਲਿਖਿਆ, ਦੇਖੋ ਨੌਕਰੀ ਕਿਸੇ ਨੂੰ ਦੇਣੀ ਜਾਂ ਨਹੀਂ ਦੇਣੀ ਇਹ ਬਾਅਦ ਦੀਆਂ ਗੱਲਾਂ ਆ, ਲੇਕਿਨ ਪੜ੍ਹਾਈ ਦੇਣਾ ਇਹ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ। ਸਰਕਾਰ ਸਾਡੀਆਂ ਜੇਬਾਂ ਦੇ ਵਿੱਚੋਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਕਸ ਕੱਟਦੀ ਆ, ਲੇਕਿਨ ਅੱਜ ਤੱਕ ਸਰਕਾਰ ਨੇ ਪਹਿਲਾ ਪੰਨਾ ਨਹੀਂ ਲਾਗੂ ਕੀਤਾ। ਮੈਂ ਆਪ ਇਸ ਗੱਲ ਦਾ ਹਾਮੀ ਆ, ਔਰ ਤੁਹਾਨੂੰ ਸ਼ਾਇਦ ਤੁਹਾਡੀ ਜਾਣਕਾਰੀ 'ਚ ਹੋਵੇ ਕਿ ਨਾ, ਮੈਂ ਅੱਜ ਤੋਂ 5 ਸਾਲ ਪਹਿਲਾਂ ਮੈਮੋਰੰਡਮ ਵੀ ਦਿੱਤਾ ਵੀ ਤੁਸੀਂ ਜਿਹੜਾ ਇਸ ਦੇਸ਼ ਦੇ ਅੰਦਰ ਬੱਚਾ ਪੈਦਾ ਹੋ ਗਿਆ, ਉਹ ਬੱਚਾ ਜੇ ਅਨਪੜ੍ਹ ਰਹਿ ਜਾਂਦਾ, ਉਹਦੀ ਜ਼ਿੰਮੇਵਾਰ ਪਰਿਵਾਰ ਨਹੀਂ ਸਰਕਾਰ ਹੋਏਗੀ।
ਅਗਰ ਇਸ ਦੇਸ਼ ਦੇ ਅੰਦਰ ਕੋਈ ਬੰਦਾ ਬਿਮਾਰੀ ਦੇ ਨਾਲ ਤੜਫ ਕੇ ਇਲਾਜ ਨਾ ਹੋਣ ਦੇ ਕਾਰਨ ਇਸ ਦੁਨੀਆ ਤੋਂ ਚਲਿਆ ਗਿਆ, ਉਹਦੀ ਮੌਤ ਹੋ ਜਾਂਦੀ ਆ, ਤਾਂ ਉਹਦੀ ਮੌਤ ਦਾ ਜ਼ਿੰਮੇਵਾਰ ਉਹਦਾ ਪਰਿਵਾਰ ਨਹੀਂ, ਸਰਕਾਰ ਹੋਊਗੀ। ਇਹ ਸੰਵਿਧਾਨਕ ਰਾਈਟ ਹੈ ਸਾਡੇ, ਲੇਕਿਨ ਉਹ ਤਾਂ ਲਾਗੂ ਨਹੀਂ ਕਰ ਸਕੇ ਇਹ। ਇਸ ਕਰਕੇ ਉਪ ਮੁੱਖ ਮੰਤਰੀ ਜਾਂ ਮੁੱਖ ਮੰਤਰੀ ਉਹ 22 ਦੀ ਇਲੈਕਸ਼ਨ ਤੋਂ ਬਾਅਦ ਬਣਨਾ। ਲੇਕਿਨ ਇਸ ਵੇਲੇ ਜਿਹੜਾ ਸਾਡੇ ਮੂਹਰੇ ਸਵਾਲ ਮੂੰਹ ਅੱਡੀ ਖੜਾ ਉਹ ਇਹ ਆ ਕਿ ਜੁਲਾਈ 'ਚ ਐਗਜ਼ਾਮ ਆ, ਸਰਕਾਰ ਦੀ ਕੋਈ ਗੰਭੀਰਤਾ ਨਹੀਂ ਨਜ਼ਰ ਆ ਰਹੀ। ਮਤਲਬ ਇਹਦਾ ਇਹ ਵੀ ਮਤਲਬ ਕੱਢ ਲਈਏ ਕਿ ਹੁਣ ਤਾਂ ਵਿਦਿਆਰਥੀ ਇੰਪੋਰਟੈਂਟ ਹੈ, 22 ਚ ਜਾ ਕੇ ਦਲਿਤ ਮੁੱਖ ਮੰਤਰੀ ਉਪ ਮੁੱਖ ਮੰਤਰੀ ਇੰਪੋਰਟੈਂਟ ਹੋ ਜਾਏਗਾ, ਉਦੋਂ ਫਿਰ ਵਿਦਿਆਰਥੀਆਂ ਵਾਲਾ ਮੁੱਦਾ ਗਾਇਬ ਹੋ ਜਾਏਗਾ। ਨਹੀਂ, ਅਸੀਂ ਇਹ ਕਹਿ ਰਹੇ ਹਾਂ ਕਿ ਹੁਣ ਅੱਜ ਜੇ ਕਿਸੇ ਕਾਲਜ ਯੂਨੀਵਰਸਿਟੀ ਨੇ ਐਡੀ ਵੱਡੀ ਦਹਾੜ ਮਾਰੀ ਆ, ਉਹਨਾਂ ਨੇ ਇਕੱਠਿਆਂ ਹੋ ਕੇ ਐਡੀ ਵੱਡੀ ਦਹਾੜ ਮਾਰੀ ਆ, ਤਾਂ ਕਿਸੇ ਦੇ ਇਸ਼ਾਰੇ ਤੇ ਤਾਂ ਮਾਰੀ ਆ ਨਾ, ਕਿਸੇ ਦੇ ਇਸ਼ਾਰੇ ਤੇ ਤਾਂ ਮਾਰੀ ਆ। ਜਿਹਦੇ ਇਸ਼ਾਰੇ ਤੇ ਮਾਰੀ ਆ ਉਹ ਫਿਰ ਬੋਲਦੇ ਨਹੀਂ। ਜੇ ਕੇਂਦਰ ਦੀ ਸਰਕਾਰ ਆ, ਕਿਉਂ ਨਹੀਂ ਕੇਂਦਰ ਦੀ ਸਰਕਾਰ ਬੈਠ ਕੇ ਇਹ ਗੱਲ ਕਹਿੰਦੀ? ਕੇਂਦਰ ਦੇ ਕੋਲ ਪਾਵਰ ਆ, ਸਟੇਟ ਗਵਰਨਮੈਂਟ ਨੂੰ ਤਲਬ ਕਰ ਸਕਦੀ ਆ। ਜੇ ਇੱਕ SC ST ਕਮਿਸ਼ਨ ਦਾ ਚੇਅਰਮੈਨ ਸਮਨਿੰਗ ਪੰਜਾਬ ਸਰਕਾਰ ਨੂੰ ਕਰ ਸਕਦਾ, ਤਾਂ ਕੀ ਉਹ ਕੇਂਦਰ ਸਰਕਾਰ ਨੂੰ ਨਹੀਂ ਕਰ ਸਕਦਾ? ਕੀ ਉਹ ਇਹ ਗੱਲ ਨਹੀਂ ਕਰ ਸਕਦੇ ਵੀ ਜਿਹਨਾਂ ਕਾਲਜ ਯੂਨੀਵਰਸਿਟੀਆਂ ਨੇ ਸੰਵਿਧਾਨਕ ਹੱਕਾਂ ਦੀ ਉਲੰਘਣਾ ਕਰਨ ਦੀ ਜਿਹੜੀ ਗੱਲ ਕੀਤੀ ਆ, ਉਹਨਾਂ ਦੇ ਉੱਤੇ ਕੀ ਉਹਨਾਂ ਨੂੰ ਇਸ ਵੇਲੇ ਤਾੜਿਆ ਨਹੀਂ ਜਾ ਸਕਦਾ? ਲੇਕਿਨ ਕੋਈ ਸਟੇਟਮੈਂਟ ਉਹਨਾਂ ਦੀ ਇਸ ਤਰ੍ਹਾਂ ਦੀ ਨਹੀਂ ਆਈ। ਇਹਦਾ ਮਤਲਬ ਇਹ ਆ ਕਿ ਇਲੈਕਸ਼ਨ ਨੂੰ ਸਿਰਫ ਵੋਟਾਂ ਭਰਵਾਉਣ ਦੇ ਲਈ ਲੋਲੀਪੌਪ ਆ। ਇਸ ਵੇਲੇ ਪ੍ਰੈਕਟੀਕਲ ਗੱਲ ਹੈ ਇਹ ਆ ਕਿ ਬੱਚੇ ਜਿਹੜੇ ਆ ਉਹ ਖੱਜਲ ਖੁਆਰ ਹੋ ਰਹੇ ਆ। ਬੱਚਿਆਂ ਦੀ ਖੱਜਲ ਖੁਆਰੀ ਨੂੰ ਰੋਕਣ ਲਈ ਕੋਈ ਠੋਸ ਕਦਮ ਨਹੀਂ ਚੁੱਕਿਆ ਜਾ ਰਿਹਾ। ਜੇ ਸਰਕਾਰ ਚੁੱਕੇ ਠੋਸ ਕਦਮ ਤਦ ਵੀ, ਜੇ ਨਹੀਂ ਚੁੱਕੇ ਤਦ ਵੀ ਅਸੀਂ ਇਹ ਗੱਲ ਜਿਹੜੀ ਬੱਚਿਆਂ ਨੂੰ, ਮੈਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਵੀ ਇਹ ਗੱਲ ਕਹਿਣੀ ਚਾਹੁੰਦਾ ਕਿ ਬੱਚੇ ਫ੍ਰੀ ਮਾਈਂਡ ਹੋ ਕੇ ਆਪਣੇ ਪੇਪਰਾਂ ਦੀ ਤਿਆਰੀ ਕਰਨ, ਆਪਣਾ ਮਨ ਲਾ ਕੇ ਪੜ੍ਹਾਈ ਕਰਨ। ਅਸੀਂ ਇਸ ਗੱਲ ਦਾ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਚਾਹੇ ਕੋਈ ਹਾਲਾਤ ਵੀ ਹੋਣ, ਕਿਸੇ ਬੱਚੇ ਦਾ ਰੋਲ ਨੰਬਰ ਜਿਹੜਾ ਰੁਕੂਗਾ ਤੇ ਇਸ ਕਾਲਜਾਂ ਯੂਨੀਵਰਸਿਟੀਆਂ ਦੀ ਇੱਟ ਨਾਲ ਇੱਟ ਖੜਕਾ ਦੇਵਾਂਗੇ। ਕੀ ਕਰਨਗੇ ਜਰਨੈਲ ਨੰਗਲ ਹੋਰੀ? ਇੱਟ ਨਾਲ ਇੱਟ ਖੜਕਾਉਣ ਦੀ ਗੱਲ ਤਾਂ ਫਿਰ ਕਦੀ ਥੋੜਾ ਹਿੰਸਕ ਵੀ ਇਹਦੇ ਵਿੱਚੋਂ ਭਾਅ ਮਿਲਦੀ ਹੈ, ਕੁਝ ਇਦਾਂ ਦਾ ਹੈ ਜਾਂ ਕੁਝ ਹੋਰ ਕਰਨ ਦਾ ਇਰਾਦਾ, ਕੋਈ ਵਿਉਂਤਬੰਦੀ ਘੜੀ ਹੈ? ਵਿਉਂਤਬੰਦੀ ਤਾਂ ਅਸੀਂ ਗੇਟ ਬੰਦ ਕਰ ਦਿਆਂਗੇ ਕਾਲਜ ਦੇ। ਕਾਲਜ ਨੂੰ ਦੱਸਾਂਗੇ, ਜਿਹੜੇ ਕਾਲਜ ਵਿੱਦਿਆ ਦਾ ਮੰਦਿਰ ਕਹਿੰਦੇ ਆ, ਜੇ ਕਾਲਜ ਮਾਲ ਬਣਨਗੇ ਨਾ ਤੇ ਫਿਰ ਇਹਨਾਂ ਮਾਲ ਦੇ ਗੇਟ ਬੰਦ ਕਰਾਂਗੇ। ਔਰ ਜਿਹੜੇ SC ਜਾਂ ST ਰਿਜ਼ਰਵ ਕੈਟਾਗਰੀ ਦੇ ਰਿਜ਼ਰਵ ਸੀਟਾਂ ਤੋਂ ਜਿੱਤ ਕੇ ਲੋਕ ਸਭਾ ਜਾਂ ਵਿਧਾਨ ਸਭਾ ਦੇ ਵਿੱਚ ਬੈਠੇ ਹੋਏ ਆ, ਜਿਹੜੇ ਸਰਕਾਰ ਦਾ ਆਨੰਦ ਮਾਣ ਰਹੇ ਆ, ਉਹਨਾਂ ਦਾ ਘਰਾਂ ਚੋਂ ਨਿਕਲਣਾ ਬੰਦ ਕਰਾਂਗੇ। ਘਰਾਂ ਚੋਂ ਨਿਕਲਣਾ ਬੰਦ ਕੀਤਾ ਜਾਏਗਾ। ਵਿਦਿਆਰਥੀਆਂ ਨੂੰ ਐਗਜ਼ਾਮੀਨੇਸ਼ਨ ਹਾਲ ਤੱਕ ਪਹੁੰਚਾਉਣ ਦੀ ਗੱਲ ਕੀਤੀ ਜਾ ਰਹੀ ਹੈ। ਸੋ ਮਸਲਾ ਜਿਹੜਾ ਆ, ਮੁੱਦਾ ਜਿਹੜਾ ਆ, ਬਹੁਤ ਵੱਡਾ ਆ, ਗੰਭੀਰ ਹੈ, ਲੰਬੀ ਚੌੜੀ ਚਰਚਾ ਇਹਦੇ ਤੇ ਕੀਤੀ ਜਾ ਸਕਦੀ ਆ। ਪਰ ਸਾਡੀ ਸਿਆਸਤ ਇਸ ਸਮੇਂ ਕਿਹੜੀਆਂ ਗੋਟੀਆਂ ਖੇਡ ਰਹੀ ਹੈ? ਹਕੀਕਤ ਦਲਿਤ ਵਿਦਿਆਰਥੀਆਂ ਦੀ ਇਸ ਸਮੇਂ ਕਿਹੜੀ ਹੈ? ਕਿੰਨਾ ਕੁ ਉਹਨਾਂ ਦੀ ਬਾਂਹ ਫੜੀ ਜਾ ਰਹੀ ਹੈ? ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ 2 ਲੱਖ ਵਿਦਿਆਰਥੀ ਰੋਲ ਨੰਬਰ ਨਹੀਂ ਮਿਲ ਰਿਹਾ, ਰੋਕ ਲਿਆ ਗਿਆ ਕਿਉਂਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਖਾਤਿਆਂ 'ਚ ਨਹੀਂ ਪਹੁੰਚੀ। ਤੇ ਪਹੁੰਚਾਉਣੀ ਕਿਹਨੇ ਸੀ? ਸੂਬਾ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ। ਉਹੀ ਸਰਕਾਰਾਂ ਜਿਹੜੀਆਂ ਇਸ ਸਮੇਂ ਕੇਂਦਰ ਦੇ ਵਿੱਚ ਭਾਜਪਾ ਬੈਠੀ ਹੈ, ਸਟੇਟ ਦੇ ਵਿੱਚ ਕਾਂਗਰਸ ਬੈਠੀ ਹੈ, ਤੇ ਦੋਨੋਂ ਪਾਰਟੀਆਂ ਦਲਿਤਾਂ ਨੂੰ ਨੁਮਾਇੰਦਗੀ ਦੇਣ ਦੇ ਦਾਅਵੇ ਕਰਦੀਆਂ ਨਜ਼ਰ ਆ ਰਹੀਆਂ ਨੇ। ਇਹ ਹਕੀਕਤ ਹੈ ਇਹਨਾਂ ਦੇ ਦਾਅਵਿਆਂ ਦੀ, ਤੇ ਜੋ ਕੁਝ ਦਲਿਤ ਵਿਦਿਆਰਥੀਆਂ ਲਈ ਇਸ ਸਮੇਂ ਕੀਤਾ ਜਾ ਰਿਹਾ ਉਹਦੀ। ਮਤਲਬ तमाम ਗੱਲਬਾਤ ਕਰਨ ਤੋਂ ਬਾਅਦ ਵੀ ਪ੍ਰਸ਼ਨ ਚਿੰਨ੍ਹ ਬਰਕਰਾਰ ਰਹਿੰਦਾ ਆ ਕਿ ਆਖਰ ਇਹ ਸਿਆਸੀ ਧਿਰਾਂ, ਇਹ ਸਰਕਾਰਾਂ ਦਲਿਤਾਂ ਦਾ ਪੱਖ ਪੂਰਦੀਆਂ ਨੇ ਜਾਂ ਉਹਨਾਂ ਦੇ ਨਾਮ ਤੇ ਸਿਆਸਤ ਕਰਦੀਆਂ ਨੇ। ਫਿਲਹਾਲ ਮੇਰੇ ਸਹਿਯੋਗੀ ਪ੍ਰਵੀਨ ਬੌਬੀ ਤੇ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਫਿਰ ਮੁਲਾਕਾਤ ਹੋਏਗੀ। ਦੇਖਦੇ ਰਹੋ TV ਪੰਜਾਬ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਡੈਟ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।